ਤੇ ਸਰਕਾਰਾਂ ਦੇ ਵਿੱਚ ਤੇ ਆਪਾਂ ਸ਼ੁਰੂ ਤੋਂ ਹੀ ਭਰੋਸਾ ਨਹੀਂ ਕੀਤਾ। ਸਰਕਾਰ ਜਿਹੜੀ ਪਾਰਟੀਆਂ ਨੇ ਇਹਨਾਂ ਤੇ ਆਪਾਂ ਕਦੀ ਭਰੋਸਾ ਨਹੀਂ ਕੀਤਾ। ਵਾਸਤੇ ਨਾਕੇ ਲਾਏ ਜਾਂਦੇ ਹਨ। ਤਾਂ ਨਸ਼ੇ ਤੋਂ ਜਿੱਥੋਂ ਆਂਦਾ ਇੱਕ ਬੰਦੇ ਨੂੰ ਫੜ ਲੈਣ, ਛੋਟਾ ਜਿਹਾ ਇੱਕ ਬੰਦਾ ਫੜ ਲਈਏ ਨਾ, ਵੱਡਿਆਂ ਤੱਕ ਆਪਾਂ ਆਪਣੇ ਆਪ ਪਹੁੰਚ ਜਾਂਦੇ ਹਾਂ। ਲਵਾਰਿਸ ਲਾਸ਼ਾਂ ਦਾ ਸੰਸਕਾਰ ਖੁਦ ਆਪਣੇ ਖਰਚੇ ਤੇ ਕਰਨ ਵਾਲੇ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨਾਲ 2022 ਦੀਆਂ ਚੋਣਾਂ ਤੇ ਖਾਸ ਗੱਲਬਾਤ। ਅੰਮ੍ਰਿਤਸਰ ਤੋਂ ਗੁਰਮੀਤ ਰਾਜਾ ਦੀ ਰਿਪੋਰਟ, ਲਾਈਵ ਭਾਰਤ। ਓਕੇ ਗੁਰਮੀਤ ਜੀ। ਹਾਂਜੀ ਸ਼ਰਮਾ ਜੀ, 2022 ਦੀ ਇਲੈਕਸ਼ਨ ਆ ਰਹੀ ਆ, ਤੁਸੀਂ ਕਿਹੜੀ ਪਾਰਟੀ ਦਾ ਸਮਰਥਨ ਕਰ ਰਹੇ ਹੋ, ਨਹੀਂ ਕਰ ਰਹੇ ਹੋ, ਕੀ ਵਿਚਾਰ ਹੈ ਜੀ ਆਪਣੇ? ਦੇਖੋ ਜੀ, ਸ਼ੁਰੂ ਤੋਂ ਹੀ ਮੈਂ ਕਿਸੇ ਪਾਰਟੀ ਨੂੰ ਮਾਨਤਾ ਨਹੀਂ ਦਿੱਤੀ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਾਰਟੀ ਦੇ ਵਿੱਚ ਰਹਿ ਕੇ ਸਮਾਜ ਦੀ ਸੇਵਾ ਕਰ ਸਕਾਂਗਾ, ਕਿਉਂਕਿ ਉਹਨਾਂ ਦੇ ਹਦਾਇਤਾਂ ਦੇ ਨਾਲ ਹੀ ਮੈਨੂੰ ਚੱਲਣਾ ਪਏਗਾ। ਤਾਂ ਮੈਂ ਉਹ ਨਹੀਂ ਚਾਹੁੰਦਾ, ਕਿਉਂ ਇੰਡੀਪੈਂਡੈਂਟ ਆਦਮੀ ਆ ਅਸੀਂ। ਲੋਕਾਂ ਨੇ ਜਿੰਨੇ ਵੀ ਕਾਰੋਬਾਰੀ ਲੋਕ ਨੇ ਆਪਣੇ ਸਿਰ 'ਤੇ ਆਪਣੇ ਬਲਬੂਤੇ 'ਚ ਕੰਮ ਕਰਦੇ ਨੇ, ਕਿਸੇ ਦੇ ਅਧੀਨ ਹੋ ਕੇ ਕੰਮ ਨਹੀਂ ਕਰਦੇ। ਇਸ ਕਰਕੇ ਮੈਂ ਪਾਰਟੀ ਨੂੰ ਪਸੰਦ ਨਹੀਂ ਕਰਾਂਗਾ। ਸਾਡਾ ਮੁਲਕ ਆਜ਼ਾਦ ਹੈ, ਆਜ਼ਾਦੀ ਹੀ ਲੈਣਾ ਹਾਸਿਲ ਕਰਾਂਗਾ। 2022 ਦੀ ਇਲੈਕਸ਼ਨ ਆ ਰਹੀ ਆ, ਹਰੇਕ ਪਾਰਟੀ ਵੋਟਰਾਂ ਨੂੰ ਲੁਭਾਉਣ ਲਈ ਵੱਖੋ ਵੱਖ ਵਾਅਦੇ ਕਰਦੀ ਪਈ ਹੈ, ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਇਹ ਦੇਖੋ, ਸਮਸਤ ਲੋਕਾਂ ਨੂੰ ਹੀ ਜਾਣਨਾ ਚਾਹੀਦਾ ਹੈ ਕਿ ਜਿਹੜੇ ਸਾਨੂੰ ਝੂਠੇ ਵਾਅਦੇ ਕਰਕੇ ਜਾਂ ਗਲਤ ਪ੍ਰਚਾਰ ਕਰਕੇ ਸਾਡੇ ਹੀ ਘਰ ਵਿੱਚ ਵੜ ਕੇ ਸਾਨੂੰ ਹੀ ਕੁਛ ਦੇਣਾ ਚਾਹੁੰਦੇ ਆ, ਤਾਂ ਕਿੱਥੋਂ ਦੇਣਗੇ? ਸਾਡੀ ਮਿਹਨਤ 'ਚੋਂ ਹੀ ਖੋ ਕੇ ਦੇਣਗੇ। ਤਾਂ ਲੋਕਾਂ ਨੂੰ ਮੈਂ ਅਲਰਟ ਕਰਾਂਗਾ ਕਿ ਲੋਕ ਇਹਨਾਂ ਦੇ ਬਹਿਕਾਵੇ ਦੇ ਵਿੱਚ ਨਾ ਆਉਣ, ਔਰ ਜੋ ਅੱਛਾ ਬੰਦਾ ਲੱਗਦਾ ਹੈ ਉਹਨੂੰ ਵੋਟਾਂ ਪਾ ਦੇਣ, ਕਿਉਂਕਿ ਜਿਹੜਾ ਪਾਰਟੀ ਵਿੱਚ ਜਾਂਦਾ ਹੈ ਤਾਂ ਉਹਨੂੰ ਪਾਰਟੀ ਦੇ ਅੰਡਰ ਹੀ ਕੰਮ ਕਰਨਾ ਪੈਂਦਾ, ਉਹਨਾਂ ਦੀ ਅਨੁਸਾਰ ਹੀ ਚੱਲਣਾ ਪੈਂਦਾ ਹੈ। ਜਿਸ ਤਰ੍ਹਾਂ ਕਿ ਹੁਣ ਤੁਸੀਂ ਦੇਖਿਆ, ਸਰਦਾਰ ਅਮਰਿੰਦਰ ਸਿੰਘ ਜੀ ਕਾਂਗਰਸ ਨੇ ਢਾਹ ਦਿੱਤਾ, ਉਹ ਦਿੱਲੀ 'ਚ ਬੈਠੇ ਨੇ, ਔਰ ਜੋਸ਼ੀ ਸਾਹਿਬ ਨੂੰ ਵੀ ਤੁਸੀਂ ਦੇਖਿਆ ਕਿ ਉਹਨਾਂ ਨੂੰ ਵੀ ਨਿਸ਼ਕਾਸਿਤ ਕੀਤਾ ਹੈ। ਇਸ ਤਰ੍ਹਾਂ ਮੈਂ ਨਹੀਂ ਚਾਹੁੰਦਾ ਵੀ ਮੈਨੂੰ ਕੱਲ੍ਹ ਕੋਈ ਕਵੇ ਵੀ ਪਾਰਟੀ 'ਚੋਂ ਤੈਨੂੰ ਨਿਸ਼ਕਾਸਿਤ ਕੀਤਾ ਜਾਂ ਤੂੰ ਨਿਕਲ ਜਾ। ਇਸ ਤੋਂ ਅੱਛਾ ਮੈਂ ਇੰਡੀਪੈਂਡੈਂਟ ਹੀ ਲੜਾਂਗਾ। ਹਾਰ ਜਿੱਤ ਤੋਂ ਸਮਾਜ ਦੀ ਦੁਨੀਆ ਦੀ ਹੈਗੀ ਹੈ। ਲੰਬੇ ਸਮੇਂ ਤੋਂ ਕਿਸਾਨ ਵਿਰੋਧ ਕਰਦੇ ਪਏ ਸੀ, ਲਗਭਗ 11 ਮਹੀਨੇ ਉਹਨਾਂ ਦਾ ਵਿਰੋਧ ਚੱਲਿਆ। ਉਸ ਤੋਂ ਬਾਅਦ ਮੋਦੀ ਸਰਕਾਰ ਨੇ ਕਾਨੂੰਨ ਵਾਪਸ ਲੈ ਲਿੱਤੇ। ਤੁਹਾਡਾ ਇਸ ਬਾਰੇ ਕੀ ਕਹਿਣਾ ਜੀ? ਕਿਉਂਕਿ ਸੰਘਰਸ਼ ਬਹੁਤ ਲੰਬਾ ਚੱਲਿਆ, ਮੌਤਾਂ ਵੀ ਬਹੁਤ ਹੋਈਆਂ ਉਹਦੇ ਵਿੱਚ। ਦੇਖੋ ਜੀ, ਮੋਦੀ ਸਾਹਿਬ ਨੂੰ ਜਾਂ ਕਿਸੇ ਪਾਰਟੀ ਨੂੰ ਵੀ ਪਬਲਿਕ ਨੇ ਚੁਣਿਆ। ਉਹਨਾਂ ਕੋਲ ਕੋਈ ਇਹੋ ਜਿਹਾ ਅਧਿਕਾਰ ਨਹੀਂ ਹੋਣਾ ਚਾਹੀਦਾ ਕਿ ਉਹ ਆਪਣੀ ਮਰਜ਼ੀ ਨਾਲ ਕੋਈ ਕੰਮ ਕਰਨ। ਕਿ ਜਿੱਥੇ ਸਮਾਜ ਨੇ, ਕਿਸਾਨਾਂ ਨੇ ਐਡਾ ਵੱਡਾ ਸੰਘਰਸ਼ ਕੀਤਾ ਤਾਂ ਕੁਛ ਕਾਰਨ ਨਾਲ ਹੀ ਕੀਤਾ ਹੈ। ਉਹਦੇ ਵਿੱਚ ਤੁਸੀਂ ਦੇਖਿਆ ਵੀ ਕਈ ਮਹਿੰਗਾਈ ਵੀ ਬਹੁਤ ਜ਼ਿਆਦਾ ਹੋ ਗਈ ਸੀ, ਹੁਣ ਤੱਕ ਵੀ ਹੈ। ਅਤੇ ਕੁਛ ਨਾ ਕੁਝ ਇਹਦੇ ਵਿੱਚ ਜਨਤਾ ਦਾ ਸਾਥ ਲੈਣਾ ਚਾਹੀਦਾ। ਮੈਂ ਵੀ ਕਈ ਵਾਰੀ ਕਿਸਾਨਾਂ ਦੇ ਹੱਕ ਵਿੱਚ ਗਿਆ ਵੀ ਹੈ, ਬੋਲਿਆ ਵੀ ਹੈ ਕਿ ਕਿਸਾਨਾਂ ਦੇ ਨਾਲ, ਕਿਸਾਨ ਸਾਡੇ ਨਾਲ ਜੁੜਿਆ ਹੈ, ਔਰ ਨੌਜਵਾਨ ਵੀ ਸਾਡੇ ਨਾਲ ਜੁੜਿਆ ਹੈ, ਔਰ ਆਰਮੀ, ਪੁਲਿਸ, ਜੈ ਕਿਸਾਨ ਜੈ ਜਵਾਨ ਦਾ ਨਾਰਾ ਤੁਸੀਂ ਸੁਣਿਆ ਹੈ ਕਿ ਜਵਾਨ ਵੀ ਸਾਡੇ ਨਾਲ ਜੁੜਿਆ ਹੈ। ਤਾਂ ਜੋ ਇਹਨਾਂ ਦੀ ਹੱਕ ਦੀਆਂ ਗੱਲਾਂ ਨੇ ਉਹ ਜ਼ਰੂਰੀ ਮੰਨਣਾ ਚਾਹੀਦਾ ਹੈ। ਜਿੱਥੇ 80% ਲੋਕ ਕਹਿ ਰਹੇ ਹੈ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਹੈਗੇ ਨੇ, ਤਾਂ ਕਿਸਾਨ ਹੱਕ ਦੇ ਵਿੱਚ ਕਾਨੂੰਨ ਅਸੀਂ ਅਗਰ ਬਣਾਉਂਦੇ ਵੀ ਹੈ ਤਾਂ ਉਹਦੇ ਬਾਰੇ ਸਾਰੇ ਦੀ ਰਾਏ ਲੈਣੀ ਚਾਹੀਦੀ ਹੈ, ਇਕੱਲੇ ਨਹੀਂ ਕਰਨਾ ਚਾਹੀਦਾ। 700 ਤੋਂ ਉੱਪਰ ਜਿਹੜੀਆਂ ਕਿਸਾਨਾਂ ਦੀਆਂ ਜਿਹੜੀਆਂ ਸ਼ਹੀਦੀਆਂ ਉਹ ਦਿੱਲੀ ਦੇ ਬਾਰਡਰਾਂ 'ਤੇ ਹੋਈਆਂ ਆ। ਪੰਜਾਬ ਸਰਕਾਰ ਨੂੰ ਵੀ ਨਾਲ ਚਾਹੀਦਾ ਇਸ ਬਾਰੇ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਚਾਹੇ ਐਲਾਨ ਤਾਂ ਕਰਦੇ ਆ, ਲੇਕਿਨ ਗਰਾਊਂਡ ਲੈਵਲ 'ਤੇ ਉੱਤੇ ਮੁਆਵਜ਼ਾ ਨਹੀਂ ਮਿਲਦਾ। ਮੈਂ ਅੱਗੇ ਵੀ ਦੱਸੀ ਸੀ ਗੱਲ ਵੀ ਕਿਸਾਨ ਜਿਹੜਾ ਅਸੀਂ ਕਿਸਾਨ ਕਹਿੰਦੇ ਹਾਂ, ਕਿਸਾਨ 2 ਕਿੱਲਿਆਂ ਵਾਲਾ ਵੀ ਹੈ, ਕਿਸਾਨ 10 ਕਿੱਲਿਆਂ ਵਾਲਾ, ਕਿਸਾਨ 100 ਕਿੱਲੇ ਵਾਲਾ ਵੀ ਹੈ। ਪਰ 100 ਕਿੱਲੇ ਵਾਲਾ ਕਿਸਾਨ ਕਦੇ ਵੀ ਖੁਦਕੁਸ਼ੀ ਨਹੀਂ ਕਰਦਾ, ਆਤਮ ਹੱਤਿਆ ਨਹੀਂ ਕਰਦਾ, ਤਾਂ ਛੋਟਾ ਕਿਸਾਨ ਕਰਦਾ ਹੈ। ਅਤੇ ਛੋਟੇ ਕਿਸਾਨ ਦੀ ਮਦਦ ਜਿਹੜੀ ਹੈ ਸਰਕਾਰ ਨੂੰ ਕਰਨੀ ਚਾਹੀਦੀ ਹੈ। ਉਹਨਾਂ ਨੂੰ ਇੱਕੋ ਜਿਹਾ ਕਿਸਾਨ ਨਹੀਂ ਮੰਨਣਾ ਚਾਹੀਦਾ, ਕਿਉਂਕਿ ਛੋਟੇ ਕਿਸਾਨ 'ਚ ਔਰ ਵੱਡੇ ਕਿਸਾਨਾਂ 'ਚ ਬੜਾ ਫਰਕ ਹੈ। ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤੇ ਨਸ਼ਾ ਬਹੁਤ ਜ਼ਿਆਦਾ ਬਣ ਚੁੱਕਾ ਹੈਗਾ ਆ। ਘਰ ਘਰ ਹੀ ਨਸ਼ਾ ਵਿਕਣਾ ਸ਼ੁਰੂ ਹੋ ਚੁੱਕਾ ਹੈਗਾ। ਸਰਕਾਰਾਂ ਕੀ ਇਸ ਬਾਰੇ ਜਾਣਦੀਆਂ ਨਹੀਂ ਗਈਆਂ? ਕਿਉਂਕਿ ਸਮੇਂ ਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਕਿ ਸ਼੍ਰੋਮਣੀ ਅਕਾਲੀ ਦਲ ਵੀ ਬੜਾ ਦਾਅਵੇ ਕਰਦੀ ਰਹੀ ਹੈ। ਅੱਜ ਕਾਂਗਰਸ ਆਈ, ਕਾਂਗਰਸ ਵੀ ਕਹਿੰਦੀ ਸੀ ਕਿ ਅਸੀਂ ਆਉਂਦੇ ਹੀ ਜਿਹੜੇ ਨਸ਼ੇ ਨੂੰ ਠੱਲ ਪਾਵਾਂਗੇ, ਲੇਕਿਨ ਸਿਰਫ ਸਮਾਂ ਹੀ ਨਿਕਲਿਆ। ਸਰਕਾਰਾਂ ਬਦਲਣ ਨੂੰ ਆ ਗਈਆਂ, ਲੇਕਿਨ ਨਸ਼ਾ ਪਹਿਲੇ ਨਾਲੋਂ ਵੀ ਤੇਜ਼ ਗਤੀ ਨਾਲ
ਵਿਕ ਵੀ ਰਿਹਾ ਆ, ਲੋਕ ਖਾ ਕੇ ਆਪਣੀ ਜ਼ਿੰਦਗੀਆਂ ਵੀ ਖਰਾਬ ਕਰਦੇ ਨੇ। ਮੈਂ ਤੁਹਾਡੀ ਪੱਤਰਕਾਰਾ ਭਾਈਚਾਰਾ ਦੇ ਵਿੱਚ ਇਹ ਗੱਲ ਲਿਆਉਣਾ ਚਾਹੁੰਦਾ ਕਿ 2004 ਦੇ ਵਿੱਚ ਆਪਾਂ ਨਸ਼ਾ ਵਿਰੋਧੀ ਸੰਸਥਾ ਦਾ ਗਠਨ ਕੀਤਾ ਔਰ ਉਹਦੇ ਵਿੱਚ ਆਪਾਂ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਉਹਦਾ ਨਾਂ ਰੱਖਿਆ ਕਿ ਨਸ਼ੇ ਦਾ ਵਿਰੋਧ ਕਰਕੇ ਸਮਾਜ ਦਾ ਨਿਰਮਾਣ ਕਰਾਂਗਾ, ਨੌਜਵਾਨ ਪੀੜ੍ਹੀ ਨੂੰ ਬਚਾਵਾਂਗਾ। ਅਤੇ ਸਰਕਾਰਾਂ ਦੇ ਵਿੱਚ ਤਾਂ ਆਪਾਂ ਸ਼ੁਰੂ ਤੋਂ ਹੀ ਭਰੋਸਾ ਨਹੀਂ ਕੀਤਾ। ਸਰਕਾਰ ਜਿਹੜੀ ਪਾਰਟੀਆਂ ਨੇ ਇਹਨਾਂ 'ਤੇ ਆਪਾਂ ਕਦੀ ਭਰੋਸਾ ਨਹੀਂ ਕੀਤਾ ਕਿਉਂਕਿ ਇਹਨਾਂ ਵਿੱਚ ਕੋਈ ਇਸ ਤਰ੍ਹਾਂ ਦਾ ਬੰਦਾ ਜੱਚਿਆ ਸਾਨੂੰ ਆਇਆ ਹੀ ਨਹੀਂ ਕਿ ਅਗਰ ਚਾਹਣ ਸਰਕਾਰ ਚਾਹੇ ਤਾਂ ਜੇ ਇੱਕ ਛੋਟਾ ਜਿਹਾ ਹੈਲਮਟ ਵਾਸਤੇ ਨਾਕੇ ਲਾਏ ਜਾਂਦੇ ਹਨ ਤਾਂ ਨਸ਼ੇ ਤੋਂ ਜਿੱਥੋਂ ਆਉਂਦਾ ਇੱਕ ਬੰਦੇ ਨੂੰ ਫੜ ਲੈਣ, ਛੋਟਾ ਜਿਹਾ ਇੱਕ ਬੰਦਾ ਫੜ ਲਈਏ ਨਾ, ਵੱਡਿਆਂ ਤੱਕ ਆਪਾਂ ਆਪਣੇ ਆਪ ਪਹੁੰਚ ਜਾਂਦੇ ਹਾਂ। ਅਤੇ ਇਹ ਛੋਟੇ ਮੋਟੇ ਬੰਦਿਆਂ ਦਾ ਕੰਮ ਨਹੀਂ ਹੈ, ਇਹ ਬੜਾ ਵੱਡਾ ਗੈਂਗ ਹੈ ਕੋਈ ਪਿੱਛੇ। ਇਹ ਹੋ ਸਕਦਾ ਹੈ ਕਿ ਇਹਦੇ ਵਿੱਚ ਸਾਰੇ ਸ਼ਾਮਿਲ ਹੀ ਹੋਣ, ਤਾਂ ਕਰਕੇ ਇਹਨੂੰ ਛੁਡਾਇਆ ਨਹੀਂ ਜਾ ਸਕਦਾ। ਨਹੀਂ ਤਾਂ ਕੋਈ ਵੀ ਸਰਕਾਰ ਆਉਂਦੀ ਹੈ ਅਤੇ ਮੈਨੂੰ ਨਹੀਂ ਲੱਗਦਾ ਮੈਂ ਇੱਕ ਦਿਨ ਵਿੱਚ ਹੀ ਨਸ਼ਾ ਜਿਹੜਾ ਉਹ ਸਮਾਪਤ ਹੋ ਸਕਦਾ। ਪੁਲਿਸ ਨੂੰ ਖੁੱਲ੍ਹੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ, ਪੁਲਿਸ ਦੇ ਹੱਥ ਬੰਨ੍ਹਣੇ ਨਹੀਂ ਚਾਹੀਦੇ। ਮੋਦੀ ਸਰਕਾਰ ਨੇ ਜਿਹੜਾ ਪੰਜਾਬ ਦਾ ਦਾਇਰਾ 5 ਕਿਲੋਮੀਟਰ ਤੋਂ 50 ਕਿਲੋਮੀਟਰ ਕੀਤਾ ਗਿਆ ਆ, ਜ਼ਿਆਦਾਤਰ ਉਹਨਾਂ ਦਾ ਕਹਿਣਾ ਹੈਗਾ ਕਿ ਇਸੇ ਚੀਜ਼ਾਂ ਨੂੰ ਰੱਖਦੇ ਸੁਰੱਖਿਆ ਨੂੰ ਲੈ ਕੇ ਕੀਤਾ ਗਿਆ। ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੈਗੇ? ਕੁਛ ਹੱਦ ਤੱਕ ਇਹ ਫੈਸਲਾ ਅੱਛਾ ਵੀ ਲੱਗ ਰਿਹਾ, ਸਹੀ ਵੀ ਹੈ। ਤਾਂ ਕੁਛ ਹੱਦ ਤੱਕ ਜਿੱਥੇ ਆਪਾਂ ਦੇਖਦੇ ਹਾਂ ਕਿ ਜਿਹੜੀ ਪਾਰਟੀ ਦਾ ਚੱਕਰ ਹੈ, ਜਿਹੜੀ ਪ੍ਰਸ਼ਾਸਨ ਹੈ, ਜਿਹੜੀ ਵੀ ਸਰਕਾਰ ਆ ਜਾਂਦੀ ਹੈ, ਪੁਲਿਸ ਉਹਦੇ ਅੰਡਰ ਕੰਮ ਕਰਦੀ ਹੈ ਅਤੇ ਪੁਲਿਸ ਕੋਲ ਇੰਨੀ ਪਾਵਰ ਨਹੀਂ ਹੁੰਦੀ। ਇਸ ਕਰਕੇ BSF ਜਿਹੜਾ ਹੈ ਜਾਂ ਬਾਰਡਰ ਸਿਕਿਉਰਿਟੀ ਫੋਰਸ ਆਪਾਂ ਕਹਿੰਦੇ ਹਾਂ ਜਾਂ ਆਰਮੀ ਹੈ, ਇਹਨਾਂ ਕੋਲ ਫੁੱਲ ਪਾਵਰ ਹੈ ਇਹਦੀ ਰੋਕਥਾਮ ਕਰਨ ਵਾਸਤੇ। ਕੁਛ ਮੁੱਦੇ ਅੱਛੇ ਵੀ ਨੇ ਔਰ ਚੰਗੀ ਗੱਲ ਹੈ ਕਿ ਜਿਹੜੀ ਚੀਜ਼ ਸਾਡੇ ਪੁਲਿਸ ਮੁਲਾਜ਼ਮਾਂ ਕੋਲ ਨਹੀਂ ਹੋ ਪਾ ਰਹੀ ਜਾਂ ਉਹਨਾਂ ਦੇ ਹੱਥ ਵੱਜੇ ਪਏ ਹੈ ਅਤੇ ਆਰਮੀ ਨੂੰ ਦੇਣਾ ਹੀ ਚੰਗਾ ਹੈ। ਸ਼ਰਮਾ ਜੀ, ਜੇ ਆਪਾਂ ਗੱਲ ਕਰੀਏ, ਤੁਸੀਂ ਲੰਬੇ ਸਮੇਂ ਤੋਂ ਬੇਸਹਾਰਾ ਜਿਹੜੀਆਂ ਹੈਗੀਆਂ ਸੀ ਲਾਸ਼ਾਂ, ਉਹਨਾਂ ਦਾ ਤੁਸੀਂ ਸੰਸਕਾਰ ਆਪਣੇ ਕੋਲੋਂ ਕਰਦੇ ਆਏ ਹੋ। ਕਿਸ ਤਰ੍ਹਾਂ ਤੁਹਾਡਾ ਇਸ ਪਾਸੇ ਦਾ ਧਿਆਨ ਗਿਆ? ਕਿਉਂਕਿ ਬੜੀ ਵੱਡੀ ਗੱਲ ਹੈਗੀ ਆ, ਜਿਸ ਲਾਸ਼ ਦਾ ਕੋਈ ਸਹਾਰਾ ਕੋਈ ਨਹੀਂ ਗਾ ਕਿ ਤੁਸੀਂ ਆਪਣੇ ਕੋਲੋਂ ਖਰਚਾ ਕਰਕੇ ਉਹਦਾ ਸੰਸਕਾਰ, ਅੰਤਿਮ ਸੰਸਕਾਰ ਕਰਦੇ ਹੋ। ਬਹੁਤ ਵੱਡਾ ਪੁੰਨ ਵੀ ਗਿਣਿਆ ਜਾਂਦਾ ਹੈਗਾ ਨਾ, ਕਿ ਕਿਸ ਤਰ੍ਹਾਂ ਤੁਹਾਡਾ ਇਸ ਪਾਸੇ ਦਾ ਮਨ ਦੇ ਵਿੱਚ ਤੁਹਾਡੇ ਆਇਆ ਕਿ ਤੁਸੀਂ ਜਿਹੜਾ ਕੰਮ ਕਰਨਾ ਸ਼ੁਰੂ ਕੀਤਾ ਸੇਵਾ ਭਾਵਨਾ ਨਾਲ? ਦੇਖੋ, ਮੈਂ ਬੜੀ ਛੋਟੀ ਜਿਹੀ ਕਲੋਨੀ 'ਚ ਰਹਿੰਦਾ ਹੁੰਦਾ ਸੀ, ਜਿੱਥੇ ਮੇਰਾ ਆਪਣਾ ਇੱਕ ਮਕਾਨ ਹੁੰਦਾ ਸੀ, ਇੱਕ ਕਮਰਾ ਹੁੰਦਾ ਸੀ ਬਾਲਿਆਂ ਦਾ, ਅਤੇ ਉਹਦੇ ਵਿੱਚ ਮੈਂ ਰਹਿੰਦਾ ਹੁੰਦਾ ਸੀ। ਤਾਂ ਮੇਰੀ ਛੋਟੀ ਬੱਚੀ ਦਾ ਜਨਮ ਦਿਨ ਸੀ, ਜਿਹਦੇ ਵਿੱਚ ਆਪਾਂ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਹੇ ਸੀ। ਉਹਦੇ ਵਿੱਚ ਕੋਈ ਜ਼ਰੂਰਤਮੰਦ ਬੰਦਾ ਸਾਡੇ ਕੋਲ ਪਹੁੰਚਿਆ ਜਿਹਨੂੰ ਉਸ ਲਾਸ਼ ਦੇ ਸੰਸਕਾਰ ਵਾਸਤੇ ਪੈਸੇ ਨਹੀਂ ਸਨ। ਉਸ ਵੇਲੇ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਸੀ ਕਿ ਇਹ ਜਿਹੜਾ ਅਸੀਂ ਬੱਚੇ ਦਾ ਜਨਮ ਦਿਨ ਮਨਾ ਰਹੇ ਹਾਂ, ਇਹ ਸਾਨੂੰ ਅਸੀਂ ਅਗਲੇ ਸਾਲ ਵੀ ਮਨਾ ਸਕਦੇ, ਇਹਦੀ ਜ਼ਰੂਰਤ ਨਹੀਂ ਹੈ। ਖੁਸ਼ੀ ਦੀ ਗੱਲ ਹੈ, ਖੁਸ਼ੀ ਆਪਾਂ ਉਤਰਾ ਵੀ ਲਿਆ ਸਕਦੇ ਹਾਂ, ਅਤੇ ਇਹ ਪੈਸੇ ਇਹਨੂੰ ਦਿੱਤੇ ਜਾਣ। ਉਹ ਮੈਂ ਉਹਨੂੰ ਪੈਸੇ ਦਿੱਤੇ ਸੀ। ਉਸ ਤੋਂ ਬਾਅਦ ਉਹਨੂੰ ਮੈਂ ਕਿਹਾ ਸੀ ਵੀ ਇਹ ਜ਼ਰੂਰਤ ਕਦੇ ਵੀ ਪਵੇ ਤਾਂ ਮੈਨੂੰ ਤੁਸੀਂ ਯਾਦ ਕਰ ਲੈਣਾ। ਉਹ ਸਮਾਂ ਹੌਲੀ ਵੱਧਦਾ ਅੱਜ ਸ਼ਹਿਰਾਂ 'ਚ ਵੀ ਪਹੁੰਚ ਗਿਆ, ਪੁਲਿਸ ਪ੍ਰਸ਼ਾਸਨ ਕੋਲ ਵੀ ਪਹੁੰਚ ਗਿਆ ਕਿ ਇਹ ਸੇਵਾ ਕਰਦੇ ਨੇ। ਉਹ ਮੇਰੇ ਕੋਲ ਆਉਂਦੇ ਨੇ ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਕਿਸੇ ਲਵਾਰਸ ਦਾ ਵਾਰਸ ਬਣਦਾ, ਕਿਉਂਕਿ ਲਵਾਰਸ ਸਾਡਾ ਇੱਕ ਘਰ ਦਾ ਹਿੱਸਾ ਹੈ, ਪਰਿਵਾਰ ਦਾ ਹਿੱਸਾ ਹੈ। ਲਵਾਰਸ ਕੋਈ ਬਾਹਰ ਨਹੀਂ ਪੈਦਾ ਹੋਇਆ। ਕੁਛ ਕਮਜ਼ੋਰੀਆਂ ਕਰਕੇ ਘਰ ਦੀਆਂ ਕੋਈ ਘਰੋਂ ਬੇਘਰ ਹੁੰਦਾ ਹੈ ਉਹ, ਲੇਕਿਨ ਹੁੰਦਾ ਕਰਦਾ। ਇਸ ਕਰਕੇ ਮੈਂ ਚਾਹੁੰਦਾ ਹੈ ਕਿ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਉਸ ਨੂੰ ਲਵਾਰਸ ਨਾ ਹੋਣ ਦੇਵਾਂ, ਉਹਦਾ ਵਾਰਸ ਬਣ ਕੇ ਉਹਨੂੰ ਅਗਨੀ ਮੈਂ ਵੇਟ ਕਰਾਂ ਔਰ ਉਹਦਾ ਜੋ ਵੀ ਖਰਚਾ ਆਉਂਦਾ ਮੈਂ ਆਪਣੇ ਕੋਲੋਂ ਦੇਵਾਂ। ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ? ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਨਸ਼ੇ ਦੀ ਲੱਤ ਲੱਗ ਚੁੱਕੀ ਹੈਗੀ ਆ, ਚਾਹੇ ਰੋਟੀ ਮਿਲੇ ਨਾ ਮਿਲੇ, ਲੇਕਿਨ ਨਸ਼ੇ ਵੱਲ ਲੋਕ ਲੱਗ ਕੇ ਜਿਹੜੀ ਲੁੱਟਾਂ ਖੋਹਾਂ ਵੀ ਕਰਦੇ ਗਏ, ਕ੍ਰਾਈਮ ਨੂੰ ਵੀ ਅੰਜਾਮ ਦਿੰਦੇ ਪਏ ਛੋਟੀ ਛੋਟੀ ਉਮਰਾਂ ਦੇ ਵਿੱਚ। ਜੇ ਆਪਾਂ 18-20 ਸਾਲ ਦੀ, ਕੀ ਮੈਸੇਜ ਦੇਣਾ ਚਾਹੁੰਦੇ? ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਵੇਖੋ ਜੀ, ਇਹ ਬੜੀ ਸੋਹਣੀ ਗੱਲ ਤੁਸੀਂ ਕਹੀ ਹੈ। मैं एक बारी क्या सी, नशा लूट और भ्रष्टाचार की जड़। नशा जब गैर कानूनी ढंग से कोई गलत काम से पैसा आना शुरू हो जाता है तो उसकी नशे की लत पड़ जाती है। तो लत पड़ते पड़ते ये परिवार के अंदर जब घुस जाती है, या मतलब कहने अभी वो परिवार विच बढ़ जाती है, तो हौली हौली वो
ਉਹਦੀਆਂ ਕਮਜ਼ੋਰੀ ਉਹਦੇ 'ਤੇ ਆਉਂਦੀ ਹੈ ਔਰ ਉਹ ਕਮਜ਼ੋਰ ਹੁੰਦਾ ਜਾਂਦਾ ਹੈ। ਜ਼ਿਆਦਾਤਰ ਲੋਕਾਂ ਨੂੰ, ਬੱਚਿਆਂ ਨੂੰ ਇਹ ਦੇਖਿਆ ਗਿਆ ਕਿ ਉਹਨਾਂ ਨੂੰ ਇਹ ਜਿਹੜੀ ਲੱਤ ਪੈਂਦੀ ਹੈ, ਇਹ ਮੁੰਡਿਆਂ ਦੇ ਇੱਕ ਕਿਰਤ ਇਕੱਠਾ ਹੋਣ ਕਰਕੇ ਇਹ ਨਸ਼ੇ ਦੀ ਲੱਤ ਪੈਂਦੀ ਹੈ। ਤੋ ਨੌਜਵਾਨ ਨੂੰ ਚਾਹੀਦਾ ਹੈ ਕਿ ਆਪਣੇ ਘਰ ਪਰਿਵਾਰ ਨਾਲ ਜੁੜਨਾ ਚਾਹੀਦਾ ਹੈ, ਨਾ ਕਿ ਬਾਹਰ ਜਾ ਕਰ ਕੇ ਇਕੱਠੇ ਹੋਣ ਦੀ ਜ਼ਰੂਰਤ ਨਹੀਂ ਹੈ। ਸਿੱਧਾ ਆਪਣੇ ਪੜ੍ਹਾਈ ਤੋਂ ਜਾਓ, ਸਿੱਧਾ ਘਰ ਜਾਓ ਔਰ ਸਮਾਜ ਦੇ ਕਿਸੇ ਕੰਮ ਦੇ ਵਿੱਚ ਗਏ ਹੋ, ਆਪਣਾ ਕੰਮ ਕੀਤਾ ਤਾਂ ਆਪਣੇ ਘਰ ਨਾਲ ਜੁੜੇ ਰਹੋ। ਅਤੇ ਘਰ ਨਾਲ ਕਈ ਘਰ ਦੀਆਂ ਪਰੇਸ਼ਾਨੀਆਂ ਆਉਂਦੀਆਂ ਨੇ, ਨੌਜਵਾਨ ਨੂੰ ਸਮਝਣਾ ਚਾਹੀਦਾ ਹੈ। ਇਹਦੇ ਵਿੱਚ ਮੁਹੱਲੇ ਵਾਸੀਆਂ ਨੂੰ ਵੀ ਬੜੀ ਦਿੱਕਤ ਆਉਂਦੀ ਹੈ ਅਤੇ ਨਸ਼ਾ ਰਹਿਤ ਹੀ ਸਰੀਰ ਚਾਹੀਦਾ ਹੈ। ਨੌਜਵਾਨ ਪੀੜ੍ਹੀ ਨੂੰ ਇਹ ਕਹਾਂਗਾ ਕਿ ਆਪਣੇ ਪਰਿਵਾਰ ਦੇ ਵਿੱਚ ਧਿਆਨ ਦੇਣ, ਬਾਹਰ ਲੋਕਾਂ ਦੇ ਵਿੱਚ ਇਕੱਠੇ ਨਾ ਹੋਣ ਔਰ ਆਪਣੇ ਘਰ ਦਾ ਧਿਆਨ ਰੱਖਣ। ਆਏ ਦਿਨਾਂ ਨੂੰ ਸਾਡਾ ਦੇਸ਼ ਵੀ ਤਰੱਕੀ ਕਰੇਗਾ। ਦੇਸ਼ ਨੂੰ ਤੁਹਾਡੀ ਜ਼ਰੂਰਤ ਹੈ ਕਿ ਤੁਹਾਡੇ ਨਾਲ ਦੇਸ਼ ਵੀ ਕਮਜ਼ੋਰ ਹੁੰਦਾ ਹੈ, ਘਰ ਵੀ ਕਮਜ਼ੋਰ ਹੁੰਦਾ, ਪਰਿਵਾਰ ਵੀ ਕਮਜ਼ੋਰ ਹੁੰਦਾ ਹੈ, ਆਸ ਪੜੋਸ ਵੀ ਕਮਜ਼ੋਰ ਹੁੰਦਾ ਹੈ। ਨਸ਼ੇ ਨੂੰ ਤਿਆਗ ਕਰਕੇ ਸਮਾਜ ਦਾ ਧਿਆਨ ਰੱਖਣ ਔਰ ਆਪਣੇ ਦੇਸ਼ ਦਾ ਧਿਆਨ ਰੱਖਣ। ਦੇਸ਼ ਹਿੱਤ ਵਿੱਚ ਅੱਗੇ ਆਉਣ। ਅੱਗੇ ਵੀ ਇਹੋ ਹੀ ਲੋਕ ਨੇ ਜਿਹੜੀ ਦੇਸ਼ ਦੀ ਸੁਰੱਖਿਆ ਕਰਦੇ ਨੇ, ਤਾਂ ਇਹਨਾਂ ਦੀ ਅੱਜ ਸਾਨੂੰ ਦੇਸ਼ ਨੂੰ ਜ਼ਰੂਰਤ ਹੈ। ਸ਼ਰਮਾ ਜੀ, ਇੱਕ ਲਾਸਟ ਸਵਾਲ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਹਾਂ। ਤੁਸੀਂ ਲੰਬੇ ਸਮੇਂ ਤੋਂ ਗਏ ਜਿਹੜੇ ਹੈਗੀਆਂ ਲਵਾਰਿਸ ਲਾਸ਼ਾਂ ਦਾ ਤੁਸੀਂ ਸੰਸਕਾਰ ਕਰਦੇ ਆਏ ਹੋ, ਖੁਦ ਖਰਚਾ ਆਪਣੇ ਕੋਲੋਂ ਕਰਦੇ ਹੋ, ਕੀ ਕਦੀ ਤੁਹਾਡੀ ਫੈਮਿਲੀ ਦੇ, ਜੇ ਤੁਹਾਡੇ ਪਰਿਵਾਰਕ ਮੈਂਬਰਾਂ ਨੇ ਤੁਹਾਨੂੰ ਕਦੀ ਮਨਾ ਨਹੀਂ ਕੀਤਾ? ਕਿਉਂਕਿ ਬੜੀ ਵੱਡੀ ਗੱਲ ਹੈਗੀ ਆ, ਕਿਸੇ ਦਾ ਸਹਾਰਾ ਬਣਨਾ, ਅਗਲੇ ਨੂੰ ਪੈਸੇ ਆਪਣੇ ਕੋਲੋਂ ਲਾ ਕੇ ਤੁਸੀਂ ਸੰਸਕਾਰ ਕਰਨਾ। ਲੋਕਡਾਊਨ 'ਚ ਵੀ ਤੁਸੀਂ ਬਹੁਤ ਵੱਡੀ ਲੋਕਾਂ ਦੀ ਸੇਵਾ ਕੀਤੀ ਗਈ। ਕੀ ਕਦੀ ਪਰਿਵਾਰ ਦੇ ਵਿੱਚ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ ਕਿ ਤੁਸੀਂ ਇਹ ਕੀ ਕੰਮ ਕਰਦੇ ਪਏ ਹੋ, ਤੁਸੀਂ ਇਸ ਤਰ੍ਹਾਂ ਕੁਛ ਆਪਣਾ ਐਕਸਪੀਰੀਅੰਸ ਤੁਸੀਂ? ਨਹੀਂ ਜੀ, ਨਹੀਂ। ਸਾਡਾ ਪਰਿਵਾਰ ਜਦੋਂ ਮੈਂ ਕੋਈ ਅੱਛੇ ਕੰਮ ਕਰਕੇ ਆਉਣਾ ਤਾਂ ਬੜੇ ਖੁਸ਼ ਹੁੰਦੇ ਨੇ, ਸਗੋਂ ਵਾਹ ਵਾਹੀ ਕਰਦੇ ਨੇ। ਸਾਡੇ ਘਰ ਦੇ ਵਿੱਚ ਲੋਕਾਂ ਨੇ ਸਾਡੀ ਬਚਪਨ ਤੋਂ ਗਰੀਬੀ ਦੇਖੀ ਹੈ। ਸਾਨੂੰ ਉੱਤੇ ਵੱਡਾ ਉੱਚਾ ਦੇਖਣ ਦੀ ਲੋੜ ਨਹੀਂ ਹੁੰਦੀ। ਸਾਡੇ ਘਰ ਦੇ ਵਿੱਚ 4 ਫੁਲਕੇ ਪਹੁੰਚ ਜਾਣ ਅਤੇ ਅਸੀਂ ਸਮਝਦੇ ਹਾਂ ਕਿ ਅਸੀਂ ਖੁਸ਼ ਹਾਂ। ਇਹੋ ਹੀ ਸਾਨੂੰ ਚਾਹੀਦਾ। ਸਾਡਾ ਵਧੀਆ ਅੱਛਾ ਪਰਿਵਾਰ ਚੱਲਦਾ ਹੈ। ਔਰ ਮੈਂ ਕਈ ਵਾਰੀ ਸੁਣਦਾ ਵੀ ਹੈ ਕਿ ਦਸਵੰਤ ਜਿਹੜਾ ਹੈ, ਮੈਂ ਗੱਲ ਕਰਦਾ ਹੁੰਦਾ ਕਿ ਲੋਕ ਕਹਿੰਦੇ ਹੁੰਦੇ ਵੀ ਦਸਵੰਤ ਜਿਹੜਾ ਉਹ ਬਾਹਰ ਦੇਣਾ ਚਾਹੀਦਾ। ਅੱਜ ਤੱਕ ਮੈਂ ਸਾਬਿਤ ਕਰ ਦਿੰਦਾ ਕਿ 90% ਅਸੀਂ ਜੋ ਵੀ ਕਮਾਉਂਦੇ ਹਾਂ ਲੋਕਾਂ ਦੇ ਵਿੱਚ ਹੀ ਵੰਡ ਦਿੰਦੇ ਹਾਂ ਔਰ 10% ਜਿਹੜਾ ਦਸਵੰਤ ਅਸੀਂ ਘਰ ਜਾ ਕੇ ਆਪਣਾ ਘਰ ਚਲਾਉਂਦੇ ਹਾਂ, ਬੜੇ ਖੁਸ਼ ਹੈ ਔਰ ਆਨੰਦ ਦੀ ਉਹ ਮਿਲਦਾ, ਅਨੁਭੂਤੀ ਮਿਲਦੀ ਹੈ, ਅੱਛਾ ਲੱਗਦਾ ਹੈ ਸਾਨੂੰ। ਪਹਿਲਾਂ ਅਸੀਂ ਇਹ ਉਮੀਦ ਕਰ ਸਕਦੇ ਹਾਂ ਕਿ ਬਾਲ ਕ੍ਰਿਸ਼ਨ ਸ਼ਰਮਾ ਜੀ ਆਉਣ ਵਾਲੇ ਸਮੇਂ ਦੇ ਜਿੱਦਾਂ ਕਿ ਪਰਮਾਤਮਾ ਨੇ ਸਵਾਸ ਦਿੱਤੇ ਹੈਗੇ ਕਿ ਇਸੇ ਤਰ੍ਹਾਂ ਆਪਣੀ ਸੇਵਾਵਾਂ ਜਿਹੜੀਆਂ ਲੋਕਾਂ ਦੀ ਮਾਨਵ ਦੀ ਸੇਵਾ ਵਾਸਤੇ ਕਰਦੇ ਨੇ। ਧੰਨਵਾਦ।